Hey everyone, welcome or welcome back to my channel. This is Parneet. I hope you all are fit as a fitter. So today is the class 8 of spoken English ਜਿਹਦੇ ਵਿੱਚ ਆਪਾਂ ਡਿਸਕਸ ਕਰਾਂਗੇ present continuous tense and we are discussing active passive voice. Active passive ਆਪਾਂ already start ਕਰ ਚੁੱਕੇ ਹਾਂ from class 6. Class 6 ਦੇ ਵਿੱਚ basics ਮੈਂ ਦਿੱਤਾ ਸੀ, class 7 ਆਪਾਂ ਡਿਸਕਸ ਕੀਤਾ ਸੀ present indefinite ਦੇ sub types, affirmative, negative and interrogative. Now here comes for continuous tense. देखो ਕੰਟੀਨਿਊਸ ਟੈਂਸ ਦੀ ਪੈਸਿਵ ਵੌਇਸ ਬਣਾਉਣਾ ਬਹੁਤ ਈਜ਼ੀ ਹੈ ਕਿਉਂਕਿ ਇਹਦੇ ਵਿੱਚ ਆਲਰੇਡੀ ਹੈਲਪਿੰਗ ਵਰਬ ਆ ਜਾਂਦਾ ਹੈ। ਠੀਕ ਹੈ, ਸੋ ਬਿਫੋਰ ਸਟਾਰਟਿੰਗ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ, ਯੂਜ਼ਫੁਲ ਐਂਡ ਹੈਲਪਫੁਲ ਲੱਗਦੀਆਂ ਨੇ, ਗਾਇਜ਼ ਪਲੀਜ਼ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਸ਼ੇਅਰ ਇਟ ਵਿਦ ਯੋਰ ਫਰੈਂਡਸ ਐਂਡ ਫੈਮਿਲੀ ਮੈਂਬਰਸ। ਦੇਖੋ ਇੱਕ ਚੀਜ਼ ਮੈਂ ਹੋਰ ਇੱਥੇ ਦੱਸਣਾ ਚਾਹਾਂਗੀ, ਜਦੋਂ ਵੀ ਅਸੀਂ ਪੈਸਿਵ ਵੌਇਸ ਦੇ ਸੈਂਟੈਂਸਿਸ ਬਣਾਉਣੇ ਆ ਨਾ, ਤੁਸੀਂ ਦੇਖਿਆ ਹੋਏਗਾ ਇਹਦੇ ਵਿੱਚ ਹੀਰੋ ਦਾ ਰੋਲ ਕੌਣ ਪਲੇ ਕਰਦਾ? ਹੀਰੋ ਦਾ ਰੋਲ ਪਲੇ ਕਰਦਾ ਆਬਜੈਕਟ, ਬਿਕਾਜ਼ ਸੈਂਟੈਂਸਿਸ ਦੇ ਵਿੱਚ ਵੀ ਤੁਹਾਨੂੰ ਹਮੇਸ਼ਾ ਸਮਝਾਉਂਦੀ ਸੀ ਹੀਰੋ ਉਹ ਹੁੰਦਾ ਜਿਹੜਾ ਸੈਂਟੈਂਸ ਦੇ ਸਭ ਤੋਂ ਅੱਗੇ ਆ ਜਾਂਦਾ ਹੈ ਨਾ। ਜਦੋਂ ਇੰਟਰੋਗੇਟਿਵ ਟਾਈਪਸ ਦੀ ਗੱਲ ਆਉਂਦੀ ਆ ਉਦੋਂ ਹੈਲਪਿੰਗ ਵਰਬਸ ਹੀਰੋ ਬਣ ਜਾਂਦੇ ਨੇ। ਠੀਕ ਹੈ, ਉਦੋਂ ਆਪਾਂ ਇਸ ਤਰ੍ਹਾਂ ਕਰਦੇ ਆ। ਸੋ ਨਾਓ ਦ ਇੰਪੋਰਟੈਂਟ ਟਿਪ ਹੇਅਰ ਇਜ਼ ਪੈਸਿਵ ਵੌਇਸਿਸ ਹਮੇਸ਼ਾ ਬਣਦੀਆਂ ਨੇ ਉਹ ਸੈਂਟੈਂਸਿਸ ਦੀਆਂ ਜਿਨ੍ਹਾਂ ਦੇ ਵਿੱਚ ਆਬਜੈਕਟ ਹੁੰਦੇ ਨੇ। ਅਗਰ ਸੈਂਟੈਂਸ ਦੇ ਵਿੱਚ ਆਬਜੈਕਟ ਨਹੀਂ ਹੋਏਗਾ ਤਾਂ ਪੈਸਿਵ ਵੌਇਸ ਤੁਸੀਂ ਬਣਾ ਹੀ ਨਹੀਂ ਸਕਦੇ। ਕਿਉਂ? ਕਿਉਂਕਿ ਆਬਜੈਕਟ ਸਭ ਤੋਂ ਅੱਗੇ ਆਉਣਾ ਤਾਂ ਸਾਨੂੰ ਆਬਜੈਕਟ ਤਾਂ ਚਾਹੀਦਾ ਹੀ ਚਾਹੀਦਾ। ਤਾਂ ਇਹ ਚੀਜ਼ਾਂ ਦਾ ਤੁਸੀਂ ਬਿਲਕੁਲ ਧਿਆਨ ਰੱਖਣਾ। ਨਾਓ ਸੈਕਿੰਡ ਇਜ਼, ਹੁਣ ਇਹ ਹੁੰਦੀ ਹੈ ਕਿ ਅਸੀਂ ਹਲਕਾ ਪਹਿਚਾਣ ਕਿਵੇਂ ਕਰੀਏ, ਕਿ ਇਹ ਵੀ ਸਟੂਡੈਂਟਸ ਦੇ ਮਾਈਂਡ ਦੇ ਵਿੱਚ ਬਹੁਤ ਡਾਊਟ ਹੁੰਦਾ ਹੈ ਕਿ ਸਾਨੂੰ ਪਹਿਚਾਣ ਨਹੀਂ ਹੁੰਦੀ। ਹੁਣ ਦੇਖੋ ਜਦੋਂ ਅਸੀਂ ਕੰਟੀਨਿਊਸ ਟਾਈਪ ਦੀ ਗੱਲ ਕਰਦੇ ਹਾਂ, ਜਿਹੜੇ ਕੋਈ ਵੀ ਟੈਂਸ ਹੈ ਉਹਦੇ ਵਿੱਚ ਹਮੇਸ਼ਾ ਵਰਬ ਦੀ ਫਸਟ ਫਾਰਮ ਦੇ ਨਾਲ ਆਈਐਨਜੀ ਆਉਂਦਾ ਹੈ ਨਾ। ਮਤਲਬ ਇਜ਼ ਐਮ ਆਰ ਦੇ ਨਾਲ ਵਰਬ ਦੀ ਫਸਟ ਫਾਰਮ ਦੇ ਨਾਲ ਆਈਐਨਜੀ ਆਉਂਦਾ ਹੈ। ਤਾਂ ਤੁਸੀਂ ਕਿਤੇ ਇਜ਼ ਐਮ ਆਰ ਦੇ ਨਾਲ ਵਰਬ ਦੀ ਥਰਡ ਫਾਰਮ ਦੇਖੀਏ? ਟੈਂਸਿਸ ਦੇ ਵਿੱਚ ਤਾਂ ਅਸੀਂ ਨਹੀਂ ਦੇਖਦੇ, ਤਾਂ ਆਪਾਂ ਕਿੱਥੇ ਦੇਖਦੇ ਹਾਂ? ਪੈਸਿਵ ਵੌਇਸ ਦੇ ਵਿੱਚ ਦੇਖਦੇ ਹਾਂ। ਤਾਂ ਜਦੋਂ ਤੁਹਾਨੂੰ ਹੈਲਪਿੰਗ ਵਰਬ ਦੇ ਨਾਲ ਜਿਵੇਂ ਵਾਸ ਵਰ ਆ ਗਿਆ ਹੈ ਨਾ, ਇਜ਼ ਐਮ ਆਰ ਆ ਗਿਆ, ਇਹਨਾਂ ਦੇ ਨਾਲ ਤੁਹਾਨੂੰ ਵਰਬ ਦੀ ਥਰਡ ਫਾਰਮ ਲੱਗੀ ਦਿਖੇ, ਦੁਆਰਾ ਲੱਗਿਆ ਦਿਖੇ, ਬਾਏ ਲੱਗਿਆ ਦਿਖੇ, ਤਾਂ ਤੁਸੀਂ ਪਹਿਚਾਨ ਕਰੋ ਕਿ ਇਹ ਪੈਸਿਵ ਵੌਇਸ ਦਾ ਸੈਂਟੈਂਸ ਸਟਰਕਚਰ ਹੈ। ਜੇ ਸਿੱਧਾ ਸੈਂਟੈਂਸ ਆਉਂਦਾ ਹੈ ਤੁਸੀਂ ਪੰਜਾਬੀ ਹਿੰਦੀ ਬਣਾ ਕੇ ਉਹਦੀ ਪਹਿਚਾਨ ਨਹੀਂ ਕਰ ਸਕਦੇ। ਫਾਈਨ। ਨਾਓ ਪ੍ਰੈਜ਼ੈਂਟ ਕੰਟੀਨਿਊਸ ਦਾ ਪਹਿਲਾਂ ਆਪਾਂ ਸਿੰਪਲ ਸੈਂਟੈਂਸ ਦੇਖਾਂਗੇ ਆਫ ਐਕਟਿਵ ਵੌਇਸ, ਮੀਨਸ ਟੈਂਸਿਸ ਵਾਲਾ ਕੀ ਸੀ? ਸਭ ਤੋਂ ਪਹਿਲਾਂ ਆਉਂਦਾ ਸੀ ਸਬਜੈਕਟ, ਦੈਨ ਹੈਲਪਿੰਗ ਵਰਬ ਆ ਜਾਂਦਾ ਸੀ ਇਜ਼ ਐਮ ਆਰ, ਦੈਨ ਵਰਬ ਦੀ ਫਸਟ ਫਾਰਮ ਆਈਐਨਜੀ ਐਂਡ ਆਬਜੈਕਟ। ਸਿੰਪਲ ਸੀਗਾ। ਨਾਓ ਜਦੋਂ ਗੱਲ ਹੋ ਰਹੀ ਹੈ ਪੈਸਿਵ ਵੌਇਸ ਦੀ, ਉਹਦੇ ਵਿੱਚ ਸਾਨੂੰ ਪਤਾ ਹੈ ਕਿ ਇਹ ਸਟਰਕਚਰ ਕੀ ਹੈ, ਪਹਿਲਾਂ ਆਬਜੈਕਟ ਆਏਗਾ, ਫਿਰ ਵਰਬ ਆਏਗੀ, ਫਿਰ ਸਬਜੈਕਟ ਆਏਗਾ। ਜਾਂ ਸਭ ਤੋਂ ਪਹਿਲਾਂ ਆਬਜੈਕਟ ਆਏਗਾ, ਦੈਨ ਹੈਲਪਿੰਗ ਵਰਬ ਆਏਗਾ ਇਜ਼ ਐਮ ਆਰ, ਬੀਇੰਗ ਵਰਬ ਦੀ ਥਰਡ ਫਾਰਮ means it's a main verb, then by, then and the which subject. Now have a look on the example. Ma'am is teaching the students. मैं कहा मैं मैम आ है ना, या मैं I भी लिख सकती हूँ I am teaching the students, या मैम is teaching the students. मैम स्टूडेंट्स ਨੂੰ ਬੱਚਿਆਂ ਨੂੰ ਪੜ੍ਹਾ ਰਹੀ ਹੈ। ਪਿੱਛੇ ਆ ਗਿਆ ਨਾ ਰਿਹਾ ਹੈ, ਰਹੀ ਹੈ ਨਾ, ਰਹੇ ਹਨ। ਇਹ ਕਿਹਦੀ ਪਹਿਚਾਨ ਸੀ? ਸਿੰਪਲ ਪ੍ਰੈਜ਼ੈਂਟ ਕੰਟੀਨਿਊਸ ਦੀ। ਜਦੋਂ ਇਹਨੂੰ ਪੈਸਿਵ ਦੇ ਵਿੱਚ ਕਨਵਰਟ ਕਰਾਂਗੇ ਤਾਂ ਆਬਜੈਕਟ ਅੱਗੇ ਆ ਜਾਏਗਾ, ਆਬਜੈਕਟ ਦ ਸਟੂਡੈਂਟਸ ਹੈ, ਦ ਸਟੂਡੈਂਟਸ, then ਹੈਲਪਿੰਗ ਵਰਬ ਲਗਾਵਾਂਗੇ, ਪਲੂਰਲ ਹੈ, ਪਲੂਰਲ ਦੇ ਨਾਲ ਆਰ, then being ਵਰਬ ਦੀ ਥਰਡ ਫਾਰਮ, teach, taught, by ਸਬਜੈਕਟ ਕੀ ਸੀ? ਮੈਮ। ਤਾਂ ਮੈਮ ਜਿਹੜੇ ਨਾउन्स ਵਗੈਰਾ ਹੁੰਦੇ ਨੇ ਉਹਨਾਂ ਨੂੰ ਅਸੀਂ ਚੇਂਜ ਨਹੀਂ ਕਰਦੇ। ਸੋ ਸਟੂਡੈਂਟਸ ਆਰ ਬੀਇੰਗ ਟੌਟ ਬਾਈ ਮੈਮ। ਕਲੀਅਰ? ਨੈਕਸਟ ਇਜ਼ ਸੈਕਿੰਡ, आजाद is eating the food. आजाद खाना खा रहा है। So subject is आजाद, helping verb is, verb the first form ਦੇ ਨਾਲ ing ਲੱਗ ਗਿਆ, eating, it is the object, the food. Object ਅੱਗੇ ਆ ਜਾਏਗਾ the food, then helping verb is, being, verb third form, eat, ate, eaten by आजाद। नहीं, मैं ਉਹਨੂੰ ਚੇਂਜ ਨਹੀਂ ਕਰਾਂਗੀ। ਅਗਰ ਉੱਥੇ he is eating the food ਹੁੰਦਾ, the food is being eaten by him, she ਹੁੰਦਾ her, they ਹੁੰਦਾ them। क्लियर? सो आई होप पॉजिटिव वाला स्ट्रक्चर, अफर्मेटिव वाला स्ट्रक्चर ਤੁਹਾਨੂੰ ਕਲੀਅਰ ਹੋ ਗਿਆ। ਹੁਣ ਦੇਖੋ ਨੈਗੇਟਿਵ ਵਾਲਾ ਸਟਰਕਚਰ, ਜੇ ਤੁਸੀਂ ਰਿਕਾਲ ਕਰ ਰਹੇ ਹੋ ਪ੍ਰੈਜ਼ੈਂਟ ਇੰਡੈਫੀਨਿਟ ਦੀ ਵੀਡੀਓ, ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਹੀ ਨਾਟ ਆਏਗਾ, ਨੈਗੇਟਿਵ ਦੀ ਅਸੀਂ ਗੱਲ ਕਰਾਂਗੇ, ਨਾਟ ਹਮੇਸ਼ਾ ਕਿੱਥੇ ਆਏਗਾ? ਜਿਹੜਾ ਹੈਲਪਿੰਗ ਵਰਬ ਹੈ ਨਾ ਉਸ ਤੋਂ ਬਾਅਦ ਨਾਟ ਆ ਜਾਏਗਾ, ਚਾਹੇ ਉਹ ਕੋਈ ਵੀ ਟੈਂਸ ਹੁੰਦਾ ਹੈ। ਸੋ ਇਹਦੇ 'ਚ ਹੈਲਪਿੰਗ ਵਰਬ ਇਜ਼ ਐਮ ਆਰ ਹੈ, ਠੀਕ ਹੈ, ਤਾਂ ਉਸ ਤੋਂ ਬਾਅਦ ਅਸੀਂ ਇੱਥੇ ਨਾਟ ਲਗਾ ਦਾਂਗੇ। ਠੀਕ ਹੈ, ਜਿਹੜਾ ਸਿੰਪਲ ਸੈਂਟੈਂਸ ਸੀ ਉਹਦੇ ਵਿੱਚ ਵੀ ਸਬਜੈਕਟ ਪਲੱਸ ਇਜ਼ ਐਮ ਆਰ ਪਲੱਸ ਨਾਟ ਹੁੰਦਾ ਸੀ, ਤਾਂ ਇੱਥੇ ਵੀ ਹੈਲਪਿੰਗ ਵਰਬ ਤੋਂ ਬਾਅਦ ਨਾਟ ਆ ਜਾਏਗਾ। ਸੋ ਗਾਇਸ ਦਿਸ ਸੈਂਟੈਂਸ ਇਜ਼ ਮੈਮ ਇਜ਼ ਨਾਟ ਟੀਚਿੰਗ ਦ ਸਟੂਡੈਂਟਸ। ਮੈਮ ਬੱਚਿਆਂ ਨੂੰ ਨਹੀਂ ਪੜ੍ਹਾ ਰਹੀ ਹੈ, ਹੈਲਪਿੰਗ ਵਰਬ ਤੋਂ ਬਾਅਦ ਨਾਟ ਆ ਗਿਆ, ਤਾਂ ਪੈਸਿਵ ਵੌਇਸ ਦੇ ਵਿੱਚ ਵੀ ਅਸੀਂ ਹੈਲਪਿੰਗ ਵਰਬ ਤੋਂ ਬਾਅਦ ਸਿੱਧਾ ਨਾਟ ਪਲੇਸ ਕਰ ਦਾਂਗੇ। ਸਟੂਡੈਂਟਸ ਆਰ not being taught by मैम, क्योंकि हेल्पिंग वर्ब आ रहा है, उस तो बाद not आ जाएगा। सिंपल चीज़ें ने, इन्होंने एक बार प्रैक्टिस करो, याद हो जाएंगे।
आजाद इज नॉट ईटिंग द फूड, आजाद खाना नहीं खा रहा है। द फूड इज, इस तो बाद नॉट आ जाएगा, नॉट बीइंग ईटन बाय आजाद, ठीक है। आई एम नॉट प्लेइंग अ गेम, मैं कोई गेम नहीं खेल रहा हाँ। अ गेम इज नॉट बीइंग प्लेड बाय मी, आई दा मी हो जाएगा, क्लियर। नाउ हैव अ लुक ऑन द इंटरोगेटिव टाइप। इंटरोगेटिव टाइप ਦੇ ਵਿੱਚ ਕੀ ਹੁੰਦਾ ਹੈ, ਜਿਹੜਾ is am are ਹੁੰਦਾ ਹੈ, ਮਤਲਬ ਹੈਲਪਿੰਗ ਵਰਬ ਹੁੰਦਾ ਹੈ, ਉਹਨੂੰ ਅਸੀਂ ਸਭ ਤੋਂ ਪਹਿਲਾਂ ਲੈ ਆਉਣੇ ਆ, ਬਾਕੀ ਸੈਂਟੈਂਸ ਸਟਰਕਚਰ ਰਿਮੇਨਸ ਦਾ ਸੇਮ। ਗਾਇਸ ਵੈਨ ਵੀ ਟਾਕ ਅਬਾਊਟ ਦ ਇੰਟਰੋਗੇਟਿਵ ਟਾਈਪ ਜਿਹਦੇ ਵਿੱਚ ਅਸੀਂ ਕੁਐਸਚਨ ਪੁੱਛਦੇ ਹੁੰਦੇ ਆ, ਵਿੱਚ is am are ਅੱਗੇ ਆ ਜਾਂਦਾ ਹੈ, ਦੈਨ ਸਬਜੈਕਟ ਦੀ ਗੱਲ ਹੁੰਦੀ ਆ, ਬਾਕੀ ਸੈਂਟੈਂਸ ਸੇਮ ਰਹਿੰਦਾ ਹੈ। ਜਦੋਂ ਪੈਸਿਵ ਵੌਇਸ ਦੀ ਗੱਲ ਹੁੰਦੀ ਆ, ਉਹਦੇ ਵਿੱਚ ਵੀ ਹੈਲਪਿੰਗ ਵਰਬ ਅੱਗੇ ਆਏਗਾ, ਦੈਟ ਇਜ਼ is am are ਅੱਗੇ ਆ ਜਾਏਗਾ, ਦੈਨ ऑब्जेक्ट, ਦੈਨ ਅਗਰ not ਹੈ ਲਗਾਵਾਂਗੇ, ਨਹੀਂ ਹੈ ਤਾਂ ਨਹੀਂ ਲਗਾਵਾਂਗੇ। नॉट इतने क्यों आया, बिकॉज हमेशा ऑब्जेक्ट तो बाद आप हेल्पिंग वर्ब लगा रहे सी, तो बाकी सेंटेंस स्ट्रक्चर तो सेम रहेगा, बस इज एम आर इथों उठ के अगे चला गया। मीनस जो इंटरोगेटिव की गल होंगी उदों हेल्पिंग वर्ब हीरो बन जाता है, इतने इज एम आर बन गया। देन बीइंग वर्ब, थर्ड फॉर्म बाय, सब्जेक्ट एंड एंड क्वेश्चन मार्क इज मैंडेटरी। ओके, नाउ हैव अ लुक ऑन द सेंटेंस। इज रमन स्टडीइंग इंग्लिश, की रमन इंग्लिश पढ़ रहा है ना, पीछे क्वेश्चन मार्क मतलब क्वेश्चन पूछा गया, प्रश्न पूछा गया, सो इज एम आर अगे रहेगा इज। इंग्लिश एक चीज है क्योंकि ऑब्जेक्ट अगे आएगा, ऑब्जेक्ट अगे आ गया, सो इज इंग्लिश के नाल इज लगेगा, इज इंग्लिश बीइंग स्टडीड बाय रमन, पीछे क्वेश्चन मार्क की अगे आ गया, ठीक है। इज टीचर बीटिंग द स्टूडेंट्स, की टीचर बच्चियां नू कुट रहा है, मार रहा है, सो स्टूडेंट्स हुण अगे आएगा, स्टूडेंट्स प्लूरल है तो की आ गया आर, students being bitten by the teacher, जे not होंदा are students not being bitten by the teacher। so I hope guys it is clear to you, present continuous ਤੁਹਾਨੂੰ ਸਮਝ ਆ ਗਿਆ किस तरह पॉजिटिव नेगेटिव एंड अफर्मेटिव बनाने ने, केड़ा हेल्पिंग वर्ब यूज होएगा एंड आईएनजी की जगह से यूज करांगे बीइंग। सो आई होप इट इज क्लियर टू यू गाइस। इफ यू हैव एनी डाउट्स डू राइट मी इन द कमेंट सेक्शन। थैंक यू सो मच, बाय बाय, टेक केयर।